ਗੁਰੂ ਅੰਦਰ ਲਿਖਿਆ है। सत श्री अकाल। बाबा जी क्या आप बता सकते हैं स्व अभिमान सेल्फ रिस्पेक्ट क्या है? मेरे आसपास हर कोई कहता है कि स्व अभिमान होना ज़रूरी है। मैं असमंजस में हूँ कि क्या यह वास्तव में आवश्यक है या यह ईगो का ही दूसरा नाम है। यही तो ईगो है। फिर स्वाय अभिमान के बिना संसार में रहा भी नहीं जा सकता है। रहना कठिन है, इसलिए आदमी ईगो छोड़ता नहीं है। अहंकार छड्डदा नहीं है, क्योंकि संसार वास्ते जरूरी है। जिन्ना ज़्यादा हंकार होएगा, स्वय अभिमान कह लो, उन्ना ही आदमी संसार विच सफल हुंदा है। थोड़ा समझो। एक तो है पर अभिमान, पर तो मान पैदा होया, अहंकार पैदा होया। घर बहुत सुंदर है, बहुत बड़ा है, महल जैसा, ते आदमी दे अंदर अहम भाव पैदा होया भी मेरे वर्गा घर इत्थे किसी कोल भी नहीं। बहुत ज़्यादा संपत्ति है, प्रॉपर्टी है, तो ईगो पैदा हुई। स्वय अभिमान कह लो भी मैं कुछ हाँ, देखो मैं कितनी जमीन का मालिक है कोई, या कोई राजनेता है, या कोई धार्मिक नेता है, तो वह भी यो कह रहा मेरे पिछे कितनी दुनिया, कितने लोग। ਜਾਂ ਕਿਸੇ ਦੇ ਬੱਚੇ बहुत ਸੰਸਾਰੀ ਪੱਧਰ 'ਤੇ ਹੋਣਹਾਰ ਹੋਣ, ਉਹਨੂੰ ਵੀ ਸਵੈ ਅਭਿਮਾਨ ਹੁੰਦਾ ਵੀ ਮੇਰੇ ਵਰਗੇ ਬੱਚੇ। ਜਾਂ ਕਿਸੇ ਦੀ ਘਰਵਾਲੀ ਚੰਗੀ ਸੋਹਣੀ, ਜਾਂ ਕਿਸੇ ਦਾ ਘਰ ਵਾਲਾ ਬਹੁਤ ਸਮਝਦਾਰ, ਤਾਂ ਉਹਨੂੰ ਹੁੰਦਾ ਵੀ ਮੇਰੇ ਵਰਗਾ ਘਰ। ਇਹ ਪਰ ਤੋਂ ਪੈਦਾ ਹੋਇਆ ਅਭਿਮਾਨ ਹੈ, ਤੁਹਾਡਾ ਆਪਣਾ ਹੀ ਸਵੈਂ ਦੇ ਨਾਲ ਹੀ ਜੁੜ ਗਿਆ, पर तो पैदा होया। फिर जिहड़ा पर तो पैदा होया है, तो उहदी टुटण दी बड़ी संभावना हुंदी है। हुण जिहड़ा लोकां दी जय जयकार तो पैदा होया है, तो कदे भी लोग नैगेटिव हो सकते हैं, छेती टुट सकता है। इस करके उहनूं बहुत संभालना पैंदा है। बाहर ਜਿਹੜੇ ਉਹਦੇ ਪਿੱਛੇ ਚੱਲਣ ਵਾਲੇ ਹਨ, ਰਾਜਨੇਤਾ ਹੋਇਆ, ਧਾਰਮਿਕ ਨੇਤਾ, ਹੋਰ ਬਹੁਤ ਢੰਗ ਦੇ ਲੋਕ ਹਨ। ਕਈ ਦੋਸਤਾਂ ਨੂੰ ਸੰਭਾਲਦੇ ਰਹਿੰਦੇ, ਟੁੱਟਣ ਦੇ ਜ਼ਿਆਦਾ ਚਾਂਸ ਹਨ। ਟੁੱਟਦਾ ਰਹਿੰਦਾ ਅਤੇ ਘਰ ਦੇ ਪੱਧਰ 'ਤੇ ਵੀ ਟੁੱਟਦਾ ਰਹਿੰਦਾ। ਅਕਸਰ ਇੱਕ ਦੂਸਰੇ ਦੇ ਸਾਰੇ ਹੰਕਾਰ ਤੋੜਦੇ ਰਹਿੰਦੇ ਹਨ, ਚੋਟ ਲੱਗਦੀ ਰਹਿੰਦੀ, ਅਤੇ ਹੰਕਾਰ 'ਤੇ ਲੱਗਦੀ ਸਵੈ ਅਭਿਮਾਨ 'ਤੇ, ਜੋ ਤੁਸੀਂ ਬਣਾ ਲਿਆ। ਜਿਵੇਂ ਤੁਸੀਂ ਬੱਚਿਆਂ ਤੋਂ ਬਣਾ ਲਿਆ, ਅਤੇ ਕਿਸੇ ਨੇ ਸਵਾਲ ਪੁੱਛਿਆ ਸਕੂਲ ਵਿੱਚ, ਇਹਨੂੰ ਜਵਾਬ ਨਾ ਆਇਆ ਤੁਹਾਡੇ ਸਾਹਮਣੇ, ਅਤੇ ਤੁਹਾਡੀ ਇਨਸਲਟ ਹੋ ਗਈ, ਸਵੈ ਅਭਿਮਾਨ 'ਤੇ ਚੋਟ ਵੀ ਮੇਰਾ ਬੱਚਾ ਕੁਝ ਵੀ ਨਹੀਂ, ਨਲਾਇਕ ਨਿਕਲਿਆ, ਕੁਛ ਵੀ ਨੰਬਰ ਲੈ ਕੇ ਨਹੀਂ ਆਇਆ, ਫੇਲ ਹੋ ਗਿਆ। ਅਤੇ ਚੋਟ ਆਪਣੇ ਹੰਕਾਰ 'ਤੇ ਲੱਗਦੀ ਹੈ, ਅਤੇ ਦੋਸ਼ ਉਹ ਬੱਚਿਆਂ ਨੂੰ ਦਿੰਦੇ ਹਨ। ਬੱਚੇ ਦਾ ਕਸੂਰ ਹੀ ਕੋਈ ਨਹੀਂ ਇਹਦੇ ਵਿੱਚ। ਬੱਚੇ ਦਾ ਜਿੰਨਾ ਕੁ ਦਿਮਾਗ ਆ ਉਹਨਾਂ ਕੁ ਪੜ੍ਹੇਗਾ, ਪਰ ਆਪਣੇ ਹੰਕਾਰ ਨੂੰ ਬਚਾਉਣਾ। ਇਸ ਕਾਰਨ ਲੋਕ ਬੜਾ ਜ਼ੋਰ ਲਾਉਂਦੇ ਹਨ ਆਪਣਿਆਂ 'ਤੇ। ਅਤੇ ਪਰ ਤੋਂ ਪੈਦਾ ਹੋਇਆ ਵਾਰ ਵਾਰ ਟੁੱਟਦਾ ਰਹਿੰਦਾ। ਫਿਰ ਅਗਰ ਪਰ ਦਾ ਅਭਿਮਾਨ ਹੋਵੇ ਹੀ ਨਾ, ਨਾ ਬੱਚੇ ਹੋਣ, ਨਾ ਕੋਈ ਪ੍ਰੋਪਰਟੀ ਹੋਵੇ, ਕੁਛ ਵੀ ਨਾ ਹੋਵੇ, ਪਰ ਫਿਰ ਲੋਕ ਕਹਿੰਦੇ ਹਨ, ਸਮਝਾਉਂਦੇ ਹਨ ਵੀ ਸਵੈ ਅਭਿਮਾਨ ਹੋਣਾ ਚਾਹੀਦਾ। ਸਵੈ ਅਭਿਮਾਨ ਦਾ ਅਰਥ ਕਿ ਤੁਸੀਂ ਆਪਣੇ ਆਪ ਨੂੰ ਕੁਛ ਸਮਝਦੇ ਰਹੋ ਵੀ ਤੁਸੀਂ ਕੁਛ ਹੋ, ਐਵੇਂ ਨਹੀਂ ਹੋ। ਤੁਸੀਂ ਸ੍ਰੇਸ਼ਟ ਧਰਮ ਦੇ ਵਿੱਚ ਪੈਦਾ ਹੋਏ ਹੋ,
ਤੁਸੀਂ ਸ੍ਰੇਸ਼ਟ ਜਾਤੀ ਦੇ ਹੋ, ਸ੍ਰੇਸ਼ਟ ਦੇਸ਼ ਦੇ ਵਿੱਚ ਪੈਦਾ ਹੋਏ, ਮਹਾਨ ਦੇਸ਼ ਦੇ ਵਿੱਚ ਤੁਹਾਡੇ ਕੋਲ ਪ੍ਰਤਿਭਾ ਹੈ, ਤੁਸੀਂ ਪੜ੍ਹੇ ਲਿਖੇ ਹੋ ਅਤੇ ਆਪਣੇ ਆਪ ਨੂੰ ਸਮਝਦੇ ਰਹੋ ਕੁਝ ਨਾ ਕੁਝ। ਅਤੇ ਉਹਨਾਂ ਦੀ ਗੱਲ ਵੀ ਠੀਕ ਹੈ ਵੀ ਅਗਰ ਕੁਛ ਵੀ ਨਾ ਸਮਝੋਗੇ ਤਾਂ ਲੋਕ ਕੁਚਲ ਦੇਣਗੇ ਤੁਹਾਨੂੰ। ਇਹ ਖਿਆਲ ਹੈ। ਇਸ ਕਰਕੇ ਇਹ ਖਿਆਲ ਮਾਤਾ ਪਿਤਾ ਜ਼ਿਆਦਾਤਰ ਬੱਚਿਆਂ ਦੇ ਦਿਮਾਗ ਦੇ ਵਿੱਚ ਪਾਉਂਦੇ ਰਹਿੰਦੇ, ਅਤੇ ਬਚਪਨ ਤੋਂ ਹੀ ਬੱਚੇ ਦੇ ਦਿਮਾਗ 'ਤੇ ਐਸੀਆਂ ਗੱਲਾਂ ਪਾਈਆਂ ਜਾਂਦੀਆਂ ਹਨ ਸ੍ਰੇਸ਼ਟਤਾ ਦੀਆਂ। ਭਾਵੇਂ ਉਹ ਕੈਸੇ ਘਰਾਣੇ ਵਿੱਚ ਵੀ ਪੈਦਾ ਹੋਇਆ ਅਤੇ ਕੁਛ ਨਾ ਕੁਛ ਤਾਂ ਸ੍ਰੇਸ਼ਟ ਹੁੰਦਾ ਹੀ ਹੈ ਨਾ। ਉਹ ਸ੍ਰੇਸ਼ਟਤਾ ਨੂੰ ਬੱਚੇ ਦੇ ਅੰਦਰ ਪਾਉਂਦੇ ਰਹਿੰਦੇ ਹਨ ਵੀ ਉਹਦਾ ਸਵੈ ਅਭਿਮਾਨ ਬਣਿਆ ਰਹੇ ਅਤੇ ਉਹ ਕੁਛ ਨਾ ਕੁਛ ਸੰਸਾਰ ਦੇ ਵਿੱਚ ਕਰ ਸਕੇ। ਸਵੈ ਅਭਿਮਾਨ ਕਰਕੇ ਹੀ ਸੰਸਾਰ ਦੇ ਵਿੱਚ ਜਾਇਆ ਜਾ ਸਕਦਾ ਵੀ ਤੁਸੀਂ ਕੁਛ ਕਰ ਸਕਦੇ, ਤੁਸੀਂ ਕੁਛ ਹੋ ਤਾਂ ਹੀ ਜਾਓਗੇ ਨਾ। ਵੀ ਮੇਰਾ ਦਿਮਾਗ ਹੈ, ਮੈਂ ਕੁਝ ਖੋਜ ਕਰ ਸਕਦਾ, ਮੇਰਾ ਸਰੀਰ ਬਹੁਤ ਵਧੀਆ ਹੈ ਕਿ ਮੈਂ ਕੁਛ ਹਾਸਿਲ ਕਰ ਸਕਦਾ ਹਾਂ, ਮੈਡਲ, ਕੋਈ ਖੇਲਾਂ ਦੇ ਵਿੱਚ ਜਾ ਸਕਦਾ, ਕੋਈ ਤਗਮਾ ਜਿੱਤਿਆ ਜਾ ਸਕਦਾ, ਤਾਂ ਹੀ ਹੋ ਸਕਦਾ ਹੈ ਨਾ ਸਵੈ ਅਭਿਮਾਨ ਹੋਵੇਗਾ। ਅਤੇ ਸਵੈ ਅਭਿਮਾਨ ਹਰ ਇੱਕ ਭਰਦਾ ਹੈ ਸੰਸਾਰ ਦੇ ਵਿੱਚ, ਅਤੇ ਸੰਸਾਰ ਦੇ ਵਿੱਚ ਤਰੱਕੀ ਕਰਨ ਵਾਸਤੇ ਜ਼ਰੂਰੀ ਵੀ ਹੈ। ਇਸ ਕਰਕੇ ਹੀ ਹੰਕਾਰ ਛੱਡਣਾ ਕਠਿਨ ਹੈ, ਇਹ ਵੀ ਗੱਲ ਖਿਆਲ ਵਿੱਚ ਰੱਖੋ। ਨਿਰਹੰਕਾਰੀ ਨੂੰ ਸੰਸਾਰ ਦੇ ਵਿੱਚ ਥੋੜ੍ਹੀ ਕੋਈ ਪੁੱਛੇਗਾ, ਸਗੋਂ ਹੰਕਾਰੀ ਨੂੰ ਨਹੀਂ ਪੁੱਛਦਾ ਹੈ, ਉਹਦੇ ਹੰਕਾਰ 'ਤੇ ਚੋਟਾਂ ਲੱਗਦੀ ਹੈ। ਫਿਰ ਦੂਸਰੀ ਗੱਲ ਇੱਕ ਹੋਰ ਵੀ ਹੈਰਾਨਗੀਜਨਕ ਸਮਝ ਲਵੋ ਤੁਸੀਂ ਵੀ ਸੰਸਾਰ ਦੇ ਵਿੱਚ ਤਾਂ ਸਵੈ ਅਭਿਮਾਨ ਸਿਖਾਇਆ ਜਾਂਦਾ ਹੈ, ਧਾਰਮਿਕ ਜਗਤ ਦੇ ਵਿੱਚ ਵੀ ਸਵੈ ਅਭਿਮਾਨ ਹੀ ਸਿਖਾ ਰਹੇ ਹਨ, ਉੱਥੇ ਵੀ ਹੰਕਾਰ ਹੀ ਵਧਾ ਰਹੇ ਹਨ। ਮੈਂ ਅਕਸਰ ਕਹਿੰਦਾ, ਤੁਹਾਡੇ ਖਿਆਲ ਵਿੱਚ ਸ਼ਾਇਦ ਨਾ ਹੀ ਆਇਆ ਹੋਵੇ। ਜਿਵੇਂ ਸੰਸਾਰ 'ਚ ਕਹਿੰਦੇ ਹਨ ਨਾ, ਤੁਹਾਡੇ ਪੁਰਖੇ ਬਹੁਤ ਮਹਾਨ ਹਸਤੀ ਸੀ, ਤੁਹਾਡੇ ਮਾਤਾ ਪਿਤਾ ਮਹਾਨ ਸਨ, ਅਤੇ ਤੁਹਾਡੇ ਅੰਦਰ ਸਵੈ ਅਭਿਮਾਨ ਪੈਦਾ ਹੁੰਦਾ ਵੀ ਅਸੀਂ ਮਹਾਨ ਪਿਤਾ ਦੇ ਅਸੀਂ ਬੱਚੇ ਹਾਂ। ਇਵੇਂ ਹੀ ਧਾਰਮਿਕ ਜਗਤ ਦੇ ਵਿੱਚ ਕਿਹਾ ਜਾਂਦਾ ਵੀ ਤੁਸੀਂ ਮਾੜੇ ਮੋਟੇ ਨਹੀਂ ਹੋ, ਤੁਸੀਂ ਇੱਕ ਮਹਾਨ ਗੁਰੂ ਦੇ ਸਿੱਖ ਹੋ, ਐਸੇ ਗੁਰੂ ਦੇ ਸਿੱਖ ਹੋ ਜਿਨ੍ਹਾਂ ਨੇ ਇੱਕ ਇੱਕ ਸਿੰਘ ਕੋਲੋਂ 1.25 ਲੱਖ ਦੇ ਨਾਲ ਲੜਾਇਆ ਸੀ। ਅਤੇ ਆਦਮੀ ਫਿਰ ਉੱਥੇ ਜਾ ਕੇ ਖਿਆਲੀ ਦੁਨੀਆ ਦੇ ਵਿੱਚ ਅਤੇ ਸੋਚਣ ਲੱਗ ਜਾਂਦਾ ਹੈ ਵਾਕਿਆ 'ਚ ਮੈਂ ਮਹਾਨ ਹਾਂ, ਅਤੇ ਦੂਸਰਿਆਂ ਨੂੰ ਦੱਸਦਾ ਹੈ ਮੈਂ ਵੈਸੇ ਗੁਰੂ ਦਾ ਸਿੱਖ ਨਹੀਂ ਹਾਂ, ਮੇਰੇ ਮਹਾਨ ਗੁਰੂ ਸਨ। ਅਤੇ ਆਪਣੇ ਗੁਰੂ ਨੂੰ ਮਹਾਨ ਦੱਸਣ ਦਾ ਕਾਰਨ ਵੀ ਇਹੋ ਹੀ ਹੈ, ਸਵੈ ਅਭਿਮਾਨ ਵਧਾਉਣ ਵਾਸਤੇ ਦੱਸਦੇ ਹਨ ਲੋਕ ਵੀ ਜਿੰਨਾ ਮਹਾਨ ਗੁਰੂ ਹੋਵੇਗਾ ਸਾਰੀ ਦੁਨੀਆ 'ਚ ਜਾਣਿਆ ਜਾਂਦਾ, ਉਹਨਾਂ ਸਿੱਖ ਵੀ ਮਹਾਨ ਹੋਊਗਾ। ਇਸੇ ਕਾਰਨ ਹੀ ਜਿਹਨੂੰ ਕੋਈ ਨਾ ਜਾਣਦਾ ਹੋਵੇ, ਤੁਸੀਂ ਖਿਆਲ ਕਰੋ ਕੋਈ ਪ੍ਰਤਿਸ਼ਠਾ ਨਹੀਂ, ਉਹਨੂੰ ਛੇਤੀ ਕੀਤਾ ਗੁਰੂ ਧਾਰਨ ਨਹੀਂ ਕਰਦਾ ਹੈ। ਪਰ ਅਗਰ ਸਮਾਜ ਦੇ ਵਿੱਚ ਪੁੱਛ ਲਵੇ ਤੂੰ ਕਿਹਦਾ ਸਿੱਖ ਹਾਂ, ਤੁਸੀਂ ਦੱਸੋਗੇ, ਉਹ ਕਹੋਗੇ ਲੈ ਉਹਨੂੰ ਤਾਂ ਜਾਣਦਾ ਹੀ ਕੋਈ ਨਹੀਂ, ਪੁੱਛਦਾ ਹੀ ਕੋਈ ਨਹੀਂ, ਤੂੰ ਉਹਦਾ ਸਿੱਖ। ਤਾਂ ਅਗਰ ਐਸੇ ਦੇ ਤੁਸੀਂ ਸਿੱਖ ਹੋ ਜਿਹਨੂੰ ਸਾਰੀ ਦੁਨੀਆ ਹੀ ਜਾਣਦੀ ਹੈ, ਤਾਂ ਤੁਹਾਡੇ ਅੰਦਰ ਆਕੜ ਆ ਜਾਂਦੀ, ਹੰਕਾਰ, ਵੀ ਮੈਂ ਐਰੇ ਗੈਰੇ ਦਾ ਸਿੱਖ ਥੋੜ੍ਹੀ ਹਾਂ, ਮੈਂ ਮਹਾਨ ਗੁਰੂ ਦਾ ਸਿੱਖ। ਅਤੇ ਤੁਸੀਂ ਆਪਣੀ ਮਹਾਨਤਾ ਨੂੰ ਵਧਾ ਰਹੇ ਹੋ ਗੁਰੂ ਦੁਆਰਾ। ਗੁਰੂ ਮਹਾਨ ਹੈ ਐਸਾ ਤਾਂ ਤੁਹਾਨੂੰ ਪਤਾ ਹੀ ਨਹੀਂ, ਜ਼ਿਆਦਾਤਰ ਕਿਸੇ ਨੂੰ ਵੀ ਨਹੀਂ ਪਤਾ ਹੈ ਜਿਹੜੇ ਪੁਰਾਣੇ ਗੁਰੂਆਂ ਨੂੰ ਪੂਜ ਰਹੇ ਹਨ, ਮੰਨ ਰਹੇ, ਉਹ ਆਪਣੇ ਆਪ ਨੂੰ ਮਹਾਨ ਦੱਸਣ ਦੀ ਕੋਸ਼ਿਸ਼ ਕਰਦੇ ਨੇ, ਇਸ ਕਰਕੇ ਗੁਰੂ ਨੂੰ ਮਹਾਨ ਕਹਿੰਦੇ। ਅਤੇ ਸਧਾਰਨ ਗੁਰੂ ਦਾ ਸਿੱਖ ਹੋਣਾ ਬਹੁਤ ਕਠਿਨ ਹੈ। ਇਸ ਕਰਕੇ ਗੁਰੂ ਵੀ ਆਦਮੀ ਉਹ ਹੀ ਲੱਭਦਾ ਹੈ ਜਿਹੜਾ ਬਹੁਤ ਪ੍ਰਤਿਸ਼ਠਿਤ ਹੋਵੇ, ਹਜ਼ਾਰਾਂ ਲੋਕ ਸੁਣਦੇ ਹੋਣ, ਲੱਖਾਂ ਹੀ ਉਹਦੇ ਸ਼ਿਸ਼ ਹੋਣ, ਬਹੁਤ ਵੱਡੇ ਵੱਡੇ ਪੰਡਾਲ ਲੱਗੇ ਹੋਣ, ਬੜੇ ਉੱਚੇ ਸਿੰਘਾਸਨ 'ਤੇ ਬਿਰਾਜਮਾਨ ਹੋ, ਅਤੇ ਲੋਕ ਪ੍ਰਭਾਵਿਤ ਹੁੰਦੇ ਹਨ। ਇਹ ਹੈ ਗੁਰੂ। ਸਧਾਰਨ ਕੋ ਥੋੜ੍ਹੀ ਪ੍ਰਭਾਵਿਤ। ਤਾਂ ਪ੍ਰਭਾਵਿਤ ਆਦਮੀ ਸਵੈ ਅਭਿਮਾਨ ਕਰਕੇ ਹੁੰਦਾ ਹੈ। ਅਤੇ ਸੰਸਾਰ ਦੇ ਵਿੱਚ ਤਾਂ ਜ਼ਰੂਰੀ ਹੈ ਹੀ ਹੈ, ਧਾਰਮਿਕ ਜਗਤ ਦੇ ਵਿੱਚ ਵੀ ਸਵੈ ਅਭਿਮਾਨ ਹੀ ਵਧਾਇਆ ਜਾਂਦਾ ਹੈ। ਇਸੇ ਕਰਕੇ ਲੋਕ ਲੜਦੇ ਹਨ
ਕਿਉਂਕਿ ਇੱਕ ਦੂਸਰੇ ਦੇ ਅਭਿਮਾਨ 'ਤੇ ਚੋਟ ਲੱਗਦੀ ਹੈ। ਉਹ ਕਹਿੰਦਾ ਤੁਹਾਡੇ ਗੁਰੂ ਕੁਛ ਨਹੀਂ, ਮੇਰੇ ਗੁਰੂ ਮਹਾਨ। ਤੋਂ ਦੂਸਰੇ ਨੂੰ ਚੋਟ ਲੱਗਦੀ ਹੈ, ਮੇਰੇ ਗੁਰੂ ਨੂੰ ਇੱਦਾਂ ਕਹਿ ਦਿੱਤਾ। ਉਹ ਚੋਟ ਤਾਂ ਹੀ ਲੱਗਦੀ ਹੈ ਨਾ ਵੀ ਅੰਦਰ ਅਹੰਕਾਰ ਹੈ। ਫਿਰ ਅਧਿਆਤਮ ਦਾ ਜਿਹੜਾ ਮਾਰਗ ਹੈ ਨਾ, ਵਾਸਤਵਿਕ ਧਰਮ ਦਾ ਕਹਿ ਲਈ ਮਾਰਗ, ਉਹ ਸ਼ੁਰੂ ਹੀ ਇੱਥੋਂ ਹੁੰਦਾ ਹੈ, ਸਵੈ ਅਭਿਮਾਨ ਛੱਡਣ ਤੋਂ। ਉਹਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਤੇ ਪਹਿਲਾਂ ਤੇ ਪਰ ਅਭਿਮਾਨ ਛੁੱਟੇਗਾ। ਪਰ ਤੋਂ ਜਿਹੜਾ ਅਭਿਮਾਨ ਪੈਦਾ ਹੋ ਰਿਹਾ, ਹੰਕਾਰ, ਵੀ ਤੁਹਾਡਾ ਕੁਝ ਹੈ। ਤੁਸੀਂ ਸੋਚ ਲਿਆ ਹੈ ਵੀ ਸਾਡਾ ਕੁਝ ਹੈ, ਤਾਂ ਉਸੇ ਕਾਰਨ ਤੁਸੀਂ ਪਰੇਸ਼ਾਨ ਵੀ ਹੁੰਦੇ ਹੋ। ਵਾਰ-ਵਾਰ ਹੰਕਾਰ ਟੁੱਟਦਾ ਵੀ ਹੈ। ਮੇਰੇ ਬੱਚੇ ਹਨ, ਮੇਰਾ ਪਰਿਵਾਰ ਹੈ, ਖਿਆਲ ਹੈ ਨਾ, ਉਹਦੇ ਕਰਕੇ ਕਿੰਨਾ ਔਖਾ ਹੁੰਦਾ। ਅਤੇ ਮੇਰਿਆਂ ਨੂੰ ਪ੍ਰੋਬਲਮ ਆਵੇ ਅਤੇ ਕਿੰਨਾ ਦੁੱਖ ਹੁੰਦਾ। ਮੇਰੇ ਕਰਕੇ ਹੁੰਦਾ ਹੈ ਨਾ। ਦੂਸਰੇ ਬੱਚੇ ਨੂੰ ਪ੍ਰੋਬਲਮ ਆਵੇ ਤਾਂ ਤੁਹਾਨੂੰ ਦੁੱਖ ਨਹੀਂ ਹੋਵੇਗਾ। ਆਪਣੇ ਬੱਚੇ ਨੂੰ ਆਵੇ, ਆਪਣੇ ਮਾਤਾ ਪਿਤਾ ਨੂੰ, ਉਹ ਮੇਰਾ ਨਾਲ ਜੁੜ ਗਿਆ। ਇੱਦਾਂ ਮੇਰ ਹੋਰ ਵੀ ਜੁੜੀ ਹੋਈ ਹੈ। ਪਰਿਵਾਰ ਨਾਲ ਤਾਂ ਹੁੰਦੇ ਹੀ ਹੈ, ਮਿੱਤਰਾਂ ਦੋਸਤਾਂ ਨਾਲ ਮੇਰ ਜੁੜ ਜਾਂਦੀ, ਫਿਰ ਆਪਣੇ ਧਰਮ ਨਾਲ ਜੁੜ ਜਾਂਦੀ। ਵੀ ਆਪਣੇ ਧਾਰਮਿਕ ਲੋਕਾਂ ਨੂੰ ਕੋਈ ਨੁਕਸਾਨ ਹੋਵੇ ਤਾਂ ਦੁੱਖ ਹੁੰਦਾ, ਦੂਸਰਿਆਂ ਨੂੰ ਹੋਵੇ ਤਾਂ ਨਹੀਂ ਹੁੰਦਾ। ਉਹ ਸਵੈ ਅਭਿਮਾਨ ਕਰਕੇ ਵੀ ਮੇਰਾ ਧਰਮ, ਮੇਰੀ ਜਾਤੀ, ਉਹ ਚੋਟ ਮੇਰੇ 'ਤੇ ਲੱਗਦੀ, ਮੈਂ 'ਤੇ ਲੱਗਦੀ। ਅਤੇ ਕਿੰਨਾ ਆਦਮੀ ਦੁੱਖ ਵੀ ਪਾਉਂਦਾ ਹੈ ਇਹ ਸਵੈ ਅਭਿਮਾਨ ਕਰਕੇ, ਵੀ ਆਪਣੇ ਆਪ ਨੂੰ ਕੁਛ ਸਮਝ ਲਿਆ। ਤਾਂ ਉਹਦਾ ਕਰਕੇ ਕਿੰਨਾ ਦੁੱਖ ਨਹੀਂ ਪਾਉਂਦਾ ਹੈ ਆਦਮੀ। ਥਾਂ ਥਾਂ 'ਤੇ ਚੋਟ ਲੱਗਦੀ, ਥਾਂ ਥਾਂ 'ਤੇ ਹੰਕਾਰ ਟੁੱਟਦਾ ਹੈ। ਫਿਰ ਸੰਭਾਲਦਾ ਹੈ ਉਹਨੂੰ, ਫਿਰ ਖੜਾ ਕਰ ਲੈਂਦਾ ਵੀ ਹਾਂ ਤਾਂ ਮੈਂ ਠੀਕ ਹੀ, ਲੋਕ ਨਹੀਂ ਸਮਝ ਪਾ ਰਹੇ ਮੈਨੂੰ, ਦੇਖੋ। ਫਿਰ ਖੜਾ ਕਰਦਾ ਹੈ। ਹਰ ਇੱਕ ਦਾ ਹੁੰਦਾ ਹੈ। ਭਿਖਾਰੀ ਦਾ ਵੀ ਹੰਕਾਰ ਹੁੰਦਾ ਹੈ, ਸਵੈ ਅਭਿਮਾਨ ਹੁੰਦਾ ਹੈ ਵੀ ਮੇਰੇ ਵਰਗਾ ਭਿਖਾਰੀ ਕੋਈ ਨਹੀਂ। ਬਾਕੀਆਂ ਨੂੰ ਕੀ ਪਤਾ ਭੀਖ ਮੰਗਣ ਦਾ। ਉਹ ਵੀ ਕੁਛ ਸਮਝਦਾ ਹੈ ਆਪਣੇ ਆਪ। ਹਰ ਇੱਕ ਕੋਈ, ਗਰੀਬ ਤੋਂ ਗਰੀਬ ਵੀ ਕੁਛ ਨਾ ਕੁਛ ਆਪਣੇ ਆਪ ਨੂੰ ਸਮਝਦਾ। ਸਵੈ ਅਭਿਮਾਨ। ਫਿਰ ਜਿਹੜਾ ਪਰ ਤੋਂ ਪੈਦਾ ਹੋ ਰਿਹਾ ਹੈ, ਪਹਿਲਾਂ ਪਰ ਛੱਡਣਾ ਪਵੇਗਾ। ਪਰ ਤੋਂ ਪੈਦਾ ਹੋ ਰਿਹਾ ਅਭਿਮਾਨ, ਮਾਣ, ਹੰਕਾਰ, ਵੀ ਮੇਰਾ ਕੁਝ ਹੈ। ਪਹਿਲਾਂ ਮੇਰਾ ਕੁਝ ਹੈ ਇਹ ਛੱਡਣਾ ਪਵੇਗਾ, ਮੇਰਾ ਛੱਡਣਾ ਪਵੇਗਾ, ਫਿਰ ਮੈਂ ਛੁੱਟੇਗੀ। ਇਹ ਗੱਲ ਖਿਆਲ ਵਿੱਚ ਰੱਖੋ। ਧਾਰਮਿਕ ਲੋਕ ਜ਼ਿਆਦਾਤਰ ਉਲਟੀ ਗੱਲ ਦੱਸਦੇ ਹਨ। ਉਹ ਕਹਿੰਦੇ ਹਨ ਪਹਿਲਾਂ ਮੈਂ ਨੂੰ ਛੱਡੋ, ਫਿਰ ਮੇਰਾ ਛੁੱਟੇਗਾ। ਨਹੀਂ, ਪਹਿਲਾਂ ਮੈਂ ਛੁੱਟੇਗੀ ਨਹੀਂ, ਪਹਿਲਾਂ ਮੇਰਾ ਛੁੱਟੇਗਾ। ਜੋ ਪਰ ਹੈ, ਜੋ ਤੁਹਾਡੇ ਨਾਲ ਜੁੜਿਆ ਹੋਇਆ ਹੈ, ਬਾਹਰ ਹੈ, ਜੋ ਉੱਥੋਂ ਯਾਤਰਾ ਅੰਦਰ ਨੂੰ ਹੋਵੇਗੀ ਨਾ। ਪਰ ਤੋਂ ਪਹਿਲਾਂ ਮੈਂ ਵੱਲੋਂ ਆਉਣਾ ਪਵੇਗਾ। ਅਤੇ ਪਰ ਵੱਲੋਂ ਹੰਕਾਰ ਪੈਦਾ ਹੋਇਆ, ਅਤੇ ਪਰ ਨੂੰ ਛੱਡੋ। ਮੇਰਾ ਕੁਝ ਵੀ ਨਹੀਂ ਹੈ। ਫਿਰ ਪਰ ਤੋਂ ਪੈਦਾ ਹੋ ਰਿਹਾ ਅਭਿਮਾਨ, ਉਹ ਛੁੱਟੇਗਾ। ਫਿਰ ਸਵੈਨ ਤੋਂ ਪੈਦਾ ਹੋ ਰਿਹਾ, ਤੁਸੀਂ ਆਪਣੇ ਆਪ ਨੂੰ ਕੁਛ ਸਮਝ ਲਿਆ, ਉਹ ਵੀ ਛੱਡਣਾ ਹੈ। ਫਿਰ ਆਪਣੇ ਆਪ ਤੋਂ ਜਿਹੜਾ ਪੈਦਾ ਹੋ ਰਿਹਾ ਵੀ ਮੈਂ ਕੁਛ ਸ੍ਰੇਸ਼ਟ ਹਾਂ, ਸਮਝਦਾਰ ਹਾਂ, ਸਮਝਦਾਰੀ ਤੋਂ ਪੈਦਾ ਹੋ ਰਿਹਾ। ਫਿਰ ਮੈਂ ਧਾਰਮਿਕ ਹਾਂ, ਮੇਰੇ ਵਰਗਾ ਧਾਰਮਿਕ ਕੋਈ ਨਹੀਂ। ਫਿਰ ਧਾਰਮਿਕ ਦੇ ਅੰਦਰ ਤਾਂ ਹੁੰਦਾ ਹੀ ਹੈ ਸਵਿਭਾਨ, ਸਧਾਰਨਤਾ ਹੈ। ਮੈਂ ਇੰਨਾ ਪਾਠੀ ਹਾਂ, ਪਾਠ ਕਰਦਾ, ਇੰਨਾ ਜਪ ਤਪ ਕਰਦਾ। ਸੰਸਾਰੀ ਲੋਕਾਂ 'ਚ ਜਿਹੜੇ ਵਾਸਤਵਿਕ ਜ਼ਿਆਦਾ ਤੁਸੀਂ ਧਾਰਮਿਕ ਲੋਕ ਧਿਆਨ ਨਹੀਂ ਦੇਖਦੇ ਹੋ ਨਾ, ਸ਼ਿਵਰ ਵਗੈਰਾ ਅਟੈਂਡ ਕਰਦੇ ਹਨ, ਉਹਨਾਂ ਅੰਦਰ ਵੀ ਹੁੰਦਾ ਹੈ ਵੀ ਮੈਂ ਇੰਨੇ ਸ਼ਿਵਰ ਅਟੈਂਡ ਕੀਤੇ, ਇੰਨਾ ਧਿਆਨ ਕੀਤਾ, ਇੰਨਾ ਸਿਮਰਨ ਕੀਤਾ। ਉਹ ਸਵੈ ਅਭਿਮਾਨ ਹੀ। ਸਵੈ ਅਭਿਮਾਨ ਛੱਡਣਾ ਹੀ ਮਰਨਾ ਹੈ। ਕਰਤਾਪਨ ਛੱਡਣਾ ਕਹਿ ਲਈਏ ਵੀ ਮੈਂ ਕੁਛ ਕਰ। ਫਿਰ ਕਰਤਾਪਨ ਉਹਨਾਂ ਚਿਰ ਨਹੀਂ ਛੁੱਟੇਗਾ ਜਿੰਨਾ ਚਿਰ ਸਵੈ ਅਭਿਮਾਨ ਹੈ, ਤੁਸੀਂ ਕੁਝ ਹੋ। ਫਿਰ ਜਿੰਨਾ ਜ਼ਿਆਦਾ ਸਵੈ ਅਭਿਮਾਨ ਹੋਵੇਗਾ, ਉਨੀ ਹੀ ਵਿਚਾਰਧਾਰਾ ਜ਼ਿਆਦਾ ਚੱਲੇਗੀ। ਦਿਖਾਉਣਾ ਵੀ ਹੈ ਨਾ ਮੈਂ ਕੁਝ ਹਾਂ ਦੁਨੀਆ ਨੂੰ,
ਤੇ ਵਿਚਾਰਧਾਰਾ ਜ਼ਿਆਦਾ ਚੱਲੇਗੀ ਤੇ ਥਾਂ ਥਾਂ ਤੇ ਚੋਟ ਵੀ ਲੱਗੇਗੀ, ਟੁੱਟੇਗਾ ਵੀ ਹੰਕਾਰ, ਦੁੱਖ ਵੀ ਮਿਲੇਗਾ। ਇਹਦਾ ਰਿਜ਼ਲਟ ਸਵੈਭਿਮਾਨ ਜਦੋਂ ਵੱਧਦਾ ਹੈ ਖੁਸ਼ੀ ਮਿਲਦੀ, ਫਿਰ ਜਦੋਂ ਟੁੱਟਦਾ ਹੈ, ਤੋੜਦੇ ਹਨ ਲੋਕ, ਫਿਰ ਦੁੱਖ ਵੀ ਮਿਲਦਾ। ਫਿਰ ਸਵੈਭਿਮਾਨ ਜਿਹੜਾ ਛੱਡਣਾ ਚਾਹੁੰਦਾ ਹੈ, ਜਿਹੜਾ ਛੱਡਣ ਨੂੰ ਤਿਆਰ ਹੈ, ਉਹ ਹੀ ਗੁਰੂ ਦੇ ਦੁਆਰੇ 'ਤੇ ਪਹੁੰਚਦਾ ਹੈ। ਇਹ ਵੀ ਗੱਲ ਖਿਆਲ ਵਿੱਚ ਰੱਖਿਓ। ਉਹ ਹੀ ਕਹਿੰਦਾ ਹੈ, ਮੈਂ ਨਾ ਹੀ ਕਿਛ ਹਾਂ ਨਾ ਹੀ ਕਿਛ ਆਹੇ ਨਾ ਮੋਰ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੂਰ। ਸੰਤਾਂ ਕੋਲ ਆਉਣਾ ਸਵੈਭਿਮਾਨ ਖਤਮ ਕਰਨਾ। ਸੰਤਾਂ ਕੀ ਹੋਏ ਦਾਸ, ਇਹ ਹੈ ਚਾਰਾ ਸਿੱਖਰੀ। ਜਾਂ ਉਵੇਂ ਲਿਖਿਆ ਹੈ, गुर के ग्रह सेवक जो रहे, गुर की आज्ञा मन में सहे, आपस को कछ ना जनावे, हर हर नाम हृदय सद गावे, मन बेचे सतगुर के पास, तिस सेवक के कारज रास। ਜਿਹੜਾ ਆਪਣੇ ਆਪ ਨੂੰ ਜਣਾਉਂਦਾ ਹੈ ਕੁਝ, ਉਹ ਗੁਰੂ ਦੇ ਦਰ 'ਤੇ ਨਹੀਂ ਹੈ, ਭਾਵੇਂ ਉਹ ਕੋਲ ਵੀ ਬੈਠਾ ਹੋਵੇ ਵੀ ਮੈਂ ਕੁਝ ਹਾਂ। ਗੁਰੂ ਮਿਟਣਾ ਸਿਖਾਉਂਦਾ ਹੈ, ਗੁਰੂ ਮਿਟਾਉਂਦਾ ਹੈ, ਗੁਰੂ ਸੰਸਾਰ ਵੱਲੋਂ ਮਿਟਾਉਂਦਾ ਹੈ। ਸੰਸਾਰ ਵੱਲ ਵੀ ਹੀ ਸਵੈਭਿਮਾਨ ਪੈਦਾ ਹੁੰਦਾ ਹੈ। ਉਹ ਵਾਰ-ਵਾਰ ਚੋਟ ਕਰਦਾ ਰਹਿੰਦਾ ਹੈ ਵੀ ਤੁਸੀਂ ਸਮਝੋ ਨਾ ਆਪਣੇ ਆਪ ਨੂੰ ਕੁਛ, ਤੁਸੀਂ ਕੁਝ ਵੀ ਨਹੀਂ ਹੋ, ਤੂੰ ਮਿਟਾਉਂਦਾ ਰਹਿੰਦਾ ਹੈ। ਅਤੇ ਜਿਹੜਾ ਮਿਟਣ ਨੂੰ ਤਿਆਰ ਹੁੰਦਾ ਹੈ ਉਹ ਫਿਰ ਮਿਟ ਜਾਂਦਾ ਹੈ। ਅਤੇ ਜਿਹੜਾ ਮਿਟ ਜਾਂਦਾ ਹੈ, ਆਪ ਗਵਾਈਏ ਤਾਂ ਸਹੁ ਪਾਈਏ, ਅਵਰ ਕੈਸੀ ਚਿਤਰਾਈ। ਚਤਰਾਈ ਨਾਲ ਨਹੀਂ ਮਿਟਣਾ ਹੋ ਸਕਦਾ। ਚਤਰਾਈ ਨਾਲ ਤੇ ਹੰਕਾਰ ਪੈਦਾ, ਸਵੈਭਿਮਾਨ ਪੈਦਾ ਹੁੰਦਾ ਸਿਆਣਪ ਨਾਲ, ਸਮਝਦਾਰੀ ਨਾਲ। ਅਤੇ ਗੁਰੂ ਦੇ ਦਰ 'ਤੇ ਤਾਂ ਸਮਝਦਾਰੀ ਭੇਟ ਕਰਨੀ, ਬੁੱਧੀ ਭੇਟ ਕਰਨੀ, ਜਾਂ ਕਹਿ ਲਈਏ ਸਿਰ ਭੇਟ ਕਰਨਾ, ਸਮਰਪਿਤ ਹੋ ਜਾਣਾ ਹੀ ਕਾਫੀ ਹੈ।